ਹੁਣ ਦਾ नहीं किया। मैं एक सच्ची चीज़ उत्ते आवाज़ उठाई है जिहदे मेरे को प्रूफ भी हैगे आ। कहते ਤੁਹਾਡੇ ਹਸਬੈਂਡ ਪੋਜ਼ਿਟਿਵ ਆਏ ਆ, ਤੁਸੀਂ ਹੁਣ ਦੱਸੋ ਤੁਸੀਂ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਜਲਦੀ ਜਲਦੀ ਅਸੀਂ ਭੇਜਣਾ ਕੋਵਿਡ ਸੈਂਟਰ, ਤੁਸੀਂ 1,40,000 ਵਾਲਾ ਬੈੱਡ ਲੈਣਾ ਜਾਂ ਫਿਰ 18,000 ਪਰ ਡੇ ਵਾਲਾ ਬੈੱਡ। ਜਦ ਕਿ ਮੈਂ ਉਹਨਾਂ ਰਾਤ ਨੂੰ ਤਾਂ ਉਹਨਾਂ ਅੱਗੇ ਮੈਂ ਰੋ ਕੇ ਹਟੀ ਹਾਂ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਸਰ, ਤੁਸੀਂ ਦੱਸੋ ਮੈਂ ਕੀ ਕਰਾਂ। ਮੈਂ ਆਪਣੇ ਹਸਬੈਂਡ ਦਾ ਦੁਬਾਰਾ ਆਪਣੇ ਹਸਬੈਂਡ ਦਾ ਤੇ ਜਿਹੜੇ ਮੇਰੇ ਫਾਦਰ ਇਨ ਲਾ ਮੇਰੇ ਨਾਲ ਸੀਗੇ ਉਹਨਾਂ ਦਾ ਕਰੋਨਾ ਟੈਸਟ ਮੈਂ ਦੁਬਾਰਾ ਕਰਾਇਆ, ਜੋ ਕਿ 17 ਤਰੀਕ ਨੂੰ ਮੈਨੂੰ ਉਹਦੀ ਰਿਪੋਰਟ ਆ ਗਈ ਸੀਗੀ ਜੀ 7:09 ਤੇ ਸ਼ਾਮ ਨੂੰ ਉਹ ਨੈਗੇਟਿਵ ਆਈ ਆ। ਮੈਂ ਹੈਰਾਨ, ਇੱਕ ਦਿਨ ਵਿੱਚ ਬੰਦਾ ਪੋਜ਼ਿਟਿਵ ਤੋਂ ਨੈਗੇਟਿਵ ਹੋ ਗਿਆ। ਉਸ ਡਾਕਟਰ ਤੋਂ ਤਾਂ ਮੇਰਾ ਵਿਸ਼ਵਾਸ ਉੱਠ ਗਿਆ, ਠੀਕ ਹੈ ਜੀ, ਕਿ ਇਹ ਰਿਪੋਰਟ ਹੀ ਨੈਗੇਟਿਵ ਆਈ ਆ, ਜਿਹੜੀ ਪੋਜ਼ਿਟਿਵ ਤੋਂ ਨੈਗੇਟਿਵ ਹੋਈ ਆ। ਇਹਨਾਂ ਦੀ ਪੂਰੀ ਪਲੈਨਿੰਗ ਸੀਗੀ ਬੰਦੇ ਦੀ ਕਿਡਨੀਆਂ ਕੱਢਣ ਦੀ ਵੀ, ਮੈਂ ਤਾਂ ਇਹੀ ਕਹੂੰਗੀ ਜੀ। ਮੈਂ ਕਿਹਾ ਸਰ ਦੇਖੋ ਮੈਂ ਬਹੁਤ ਗਰੀਬ ਹਾਂ, ਮੇਰੇ ਕੋਲ ਇੰਨੀ ਹਿੰਮਤ ਨਹੀਂ ਹੈਗੀ ਕਿ ਮੈਂ ਇਹਨਾਂ ਨੂੰ ਐਡਮਿਟ ਕਰਾ ਸਕਾਂ। ਕਹਿੰਦੇ ਫਿਰ ਤਾਂ ਤੁਸੀਂ ਗੱਲ ਹੀ ਖਤਮ ਕਰ ਦਿੱਤੀ। ਪੈਸਿਆਂ ਦੀ ਗੱਲ ਕਰੂੰਗੀ ਫਿਰ ਤੁਸੀਂ ਇਲਾਜ ਕਿੱਥੇ ਕਰਾ ਪਾਉਂਗੇ ਨਾ, ਫਿਰ ਨਹੀਂ ਇੱਥੇ ਇਲਾਜ ਹੋਣਾ ਹੈਗਾ, ਫਿਰ ਤੁਸੀਂ ਬੰਦੇ ਨੂੰ ਲੈ ਜਾਓ, ਇਹਦਾ ਇਲਾਜ ਹੀ ਨਹੀਂ ਹੋਣਾ ਕਿਤੇ ਹੋਰ। ਇਨਸਾਨੀਅਤ ਵੀ ਡਾਕਟਰ ਵਿੱਚ ਹੋਣੀ ਚਾਹੀਦੀ ਆ। ਮੈਂ ਸਿਰਫ ਉਸ ਡਾਕਟਰ ਬਾਰੇ ਕਹਿ ਰਹੀ ਹਾਂ ਜਿਹੜੇ ਆਪਣੇ ਅੰਦਰ ਇਨਸਾਨੀਅਤ ਨੂੰ ਗਵਾ ਚੁੱਕੇ ਆ, ਜਿਨ੍ਹਾਂ ਅੰਦਰ ਇਨਸਾਨੀਅਤ ਹੈ ਨਹੀਂ, ਕਿ ਜਿਹੜੀ ਪੈਸੇ ਨੂੰ ਅਹਿਮੀਅਤ ਦਿੰਦੇ ਆ, ਬੰਦੇ ਦੀ ਜ਼ਿੰਦਗੀ ਨੂੰ ਨਹੀਂ। ਨਮਸਕਾਰ, ਤੁਸੀਂ ਦੇਖ ਰਹੇ ਹੋ ਯੋਰ ਵਰਲਡ ਨਿਊਜ਼। ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੇ ਵਿੱਚ ਕੁਝ ਲੋਕ ਅਜਿਹੇ ਸੀ ਜਿਨ੍ਹਾਂ ਨੂੰ ਹਸਪੀਟਲਸ ਵੱਲੋਂ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਔਰ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚੁਣਿਆ ਗਿਆ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ। ਸੋ ਬੀਤੇ ਦਿਨਾਂ ਤੋਂ ਹੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਲੜਕੀ ਜਿਹੜੀ ਹੈ ਉਹ ਗੱਲਬਾਤ ਕਰ ਰਹੀ ਹੈ ਕਿਸੇ ਹਸਪੀਟਲ ਦੇ ਬਾਰੇ ਕਿ ਉਹਨਾਂ ਦੇ ਹਸਬੈਂਡ ਹਸਪੀਟਲ ਦੇ ਵਿੱਚ ਦਾਖਲ ਸੀ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਹਸਪੀਟਲ ਵਾਲੇ ਨੇ ਉਹਨਾਂ ਦੇ ਹਸਬੈਂਡ ਦੀ ਕਰੋਨਾ ਰਿਪੋਰਟ ਜਿਹੜੀ ਹੈ ਉਹ ਜਾਣ ਬੁੱਝ ਕੇ ਪੋਜ਼ਿਟਿਵ ਕੱਢੀ ਹੈ। ਸੋ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅੱਜ ਨੀਰਜ ਹੋਣਾ ਦੇ ਨਾਲ ਔਰ ਪੁੱਛਦੇ ਹਾਂ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਉਂ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਪਈਆਂ। ਸੋ ਨੀਰਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਚਾਹੀਏ ਆ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨੀਰਜ, ਪਿਛਲੇ ਦਿਨੀ ਤੁਸੀਂ ਕਿਸੇ ਹਸਪੀਟਲ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਔਰ ਉਸ ਹਸਪੀਟਲ ਦਾ ਨਾਮ ਕੀ ਔਰ ਪੂਰਾ ਮਾਮਲਾ ਕੀ ਸੀਗਾ ਕਿ ਤੁਹਾਨੂੰ ਫੇਸਬੁੱਕ ਤੇ ਲਾਈਵ ਆ ਕੇ ਲੋਕਾਂ ਨੂੰ ਦੱਸਣਾ ਪਿਆ? ਹਾਂਜੀ ਮੈਮ, ਉਸ ਹਸਪੀਟਲ ਦਾ ਨਾਮ ਹੈਗਾ ਸ਼ਿੰਗਾਰਾ ਸਿੰਘ ਇਨਸਾਈਡ PGI ਜੀ। ਮਤਲਬ ਕਿ ਮੇਨ ਜਿਹੜਾ ਹਸਪੀਟਲ ਆ PGI ਆ, ਪ੍ਰੀਮੀਅਰ ਗੈਸਟ੍ਰੋਨੋਲੋਜਿਸਟ ਇੰਸਟੀਟਿਊਟ, ਜਿਹੜੇ ਕੀ ਕਹਿੰਦੇ ਆ ਕਿ ਸਾਡੇ ਹਸਪੀਟਲ ਤੋਂ ਬਿਨਾਂ ਤੁਸੀਂ ਹੋਰ ਕਿਤੇ ਵੀ ਪੇਟ ਦੀ ਬਿਮਾਰੀ ਦਾ ਇਲਾਜ ਨਹੀਂ ਕਰਾ ਸਕਦੇ। ਜਾਂ ਤਾਂ ਇਹਦਾ ਇਲਾਜ ਤੁਸੀਂ PGI ਮਤਲਬ ਕਿ ਇਟ ਮੀਨਸ ਜਲੰਧਰ ਦੇ PGI ਜਾਂ ਤੁਸੀਂ ਚੰਡੀਗੜ੍ਹ PGI ਜਾ ਸਕਦੇ ਆ, ਠੀਕ ਹੈ ਜੀ। ਮੈਨੂੰ ਕਿਸੇ ਨੇ ਰੈਫਰੈਂਸ ਦਿੱਤੀ ਸੀਗੀ, ਕਹਿੰਦੇ ਸੀ ਤੁਸੀਂ ਵਿਜੇ ਨੰਦਾ ਜੀ ਕੋਲ ਜਾਓ ਕਿਉਂਕਿ ਇਹਨਾਂ ਦੀ 2 ਮਹੀਨਿਆਂ ਤੋਂ ਮੇਰੇ ਹਸਬੈਂਡ ਦੀ ਪੇਟ ਦੀ ਪ੍ਰੋਬਲਮ ਸੀਗੀ ਪਲੱਸ ਉਹਨਾਂ ਨੂੰ ਦੂਸਰੀ ਥਾਇਰਾਇਡ ਦੀ ਪ੍ਰੋਬਲਮ ਸੀਗੀ ਅਤੇ ਉਹਦੇ ਵਿੱਚ ਮੈਂ ਮਤਲਬ ਕਿ ਬਾਹਰੋਂ ਕਿਤੋਂ MRI ਕਰਾਈ ਸੀਗੀ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪੇਟ ਵਿੱਚ ਅੰਤੜਿਆਂ ਵਿੱਚ ਸੂਜਨ ਆ ਤਾਂ ਤੁਸੀਂ ਇਹਨਾਂ ਦੀ ਕਲੋਨੋਸਕੋਪੀ ਕਰਾਓ। ਜਸਟ ਮੈਂ ਉੱਥੇ ਕਲੋਨੋਸਕੋਪੀ ਹੀ ਕਰਾਉਣ ਗਈ ਸੀ, ਮੈਂ ਉੱਥੇ ਕੋਈ ਐਡਮਿਟ ਹੋਣ ਨਹੀਂ ਗਈ ਸੀਗੀ। ਐਡਮਿਟ ਤਾਂ ਧੱਕੇ ਨਾਲ ਕੀਤਾ ਗਿਆ। ਮੈਂ ਜਦੋਂ ਡਾਕਟਰ ਵਿਜੇ ਨੰਦਾ ਜੀ ਨੂੰ ਜਾ ਕੇ ਮਿਲੀ ਹਾਂ ਅਤੇ ਡਾਕਟਰ ਵਿਜੇ ਨੰਦਾ ਜੀ ਨੇ ਸਾਰੀ ਮੈਂ ਉਹਨਾਂ ਨੂੰ ਪ੍ਰੋਬਲਮ ਦੱਸੀ, ਸਰ ਇੱਦਾਂ ਮਤਲਬ ਕਿ 2 ਮਹੀਨਿਆਂ ਤੋਂ ਬਹੁਤ ਥੱਕੀ ਹਾਰੀ ਹਾਂ, ਹੁਣ ਮੈਂ ਤੁਹਾਡੇ ਕੋਲ ਆਈ ਹਾਂ। ਮੈਨੂੰ ਕਿਸੇ ਨੇ ਕਿਹਾ ਕਿ ਤੁਹਾਡੇ ਕੋਲ ਟਰੀਟਮੈਂਟ ਆ, ਵਧੀਆ ਤੁਸੀਂ ਕਰਦੇ ਆ ਟਰੀਟਮੈਂਟ। ਕਹਿੰਦੇ ਹਾਂਜੀ ਅਸੀਂ ਮੈਂ ਟਰੀਟਮੈਂਟ, ਉਹਨਾਂ ਨੇ ਸਾਰੀ ਸਾਡੀ ਗੱਲ ਸੁਣੀ। ਉਸ ਤੋਂ ਬਾਅਦ ਕਹਿੰਦੇ ਇਹਨਾਂ ਨੂੰ ਤਾਂ ਜੀ ਐਡਮਿਟ ਕਰਾਉਣਾ ਪੈਣਾ ਆ। ਜਦ ਕਿ ਮੈਨੂੰ ਦੱਸਿਆ ਗਿਆ ਸੀ 2 ਘੰਟੇ ਦੀ ਕਲੋਨੋਸਕੋਪੀ ਹੁੰਦੀ ਆ, ਕਈ ਲੋਕ 2 ਘੰਟੇ 'ਚ ਹੀ ਫ੍ਰੀ ਹੋ ਜਾਂਦੇ ਕਲੋਨੋਸਕੋਪੀ ਕਰਾ ਕੇ। ਮੈਂ ਕਿਹਾ ਸਰ ਦੇਖੋ ਮੈਂ ਬਹੁਤ ਗਰੀਬ ਹਾਂ, ਮੇਰੇ ਕੋਲ ਇੰਨੀ ਹਿੰਮਤ ਨਹੀਂ ਹੈਗੀ ਕਿ ਮੈਂ ਇਹਨਾਂ ਨੂੰ ਐਡਮਿਟ ਕਰਾ ਸਕਾਂ। ਕਹਿੰਦੇ ਫਿਰ ਤਾਂ ਤੁਸੀਂ ਗੱਲ ਹੀ ਖਤਮ ਕਰ ਦਿੱਤੀ। ਪੈਸਿਆਂ ਦੀ ਗੱਲ ਕਰੂੰਗੀ ਫਿਰ ਤੁਸੀਂ ਇਲਾਜ ਕਿੱਥੇ ਕਰਾ ਪਾਉਂਗੇ ਨਾ, ਫਿਰ ਨਹੀਂ ਇੱਥੇ ਇਲਾਜ ਹੋਣਾ ਹੈਗਾ, ਫਿਰ ਤੁਸੀਂ ਬੰਦੇ ਨੂੰ ਲੈ ਜਾਓ, ਇਹਦਾ ਇਲਾਜ ਹੀ ਨਹੀਂ ਹੋਣਾ ਕਿਤੇ ਹੋਰ। ਫਿਰ ਹੁਣ ਤੁਸੀਂ ਸਮਝਦੇ ਆ ਕਿ ਬੰਦਾ ਡਰਦਾ ਤੇ ਕੀ ਨਹੀਂ ਕਰਦਾ, ਠੀਕ ਹੈ ਨਾ। ਮੈਂ ਕਿਹਾ ਚਾਹੇ ਮੈਂ ਜਿੱਥੋਂ ਮਰਜ਼ੀ ਕਰਕੇ ਲਗਾਵਾਂ, ਕਿਸੇ ਤੋਂ ਮੰਗ ਕੇ ਲਗਾਵਾਂ, ਕਿਸੇ ਕੋਲ ਡੋਨੇਸ਼ਨ ਲਵਾਂ, ਜੋ ਮਰਜ਼ੀ ਲਵਾਂ, ਮੈਂ ਤੁਹਾਡਾ ਸਨੀ ਇਲਾਜ ਜ਼ਰੂਰ ਕਰਾਉਣਾ, ਆਪਣੇ ਹਸਬੈਂਡ ਨੂੰ ਕਿਹਾ। ਅਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਉੱਥੇ ਐਡਮਿਟ ਕਰਵਾ ਦਿੱਤਾ। ਉਦੋਂ ਮੈਂ ਹਸਪੀਟਲ ਗਈ ਸੀ ਮੇਰੇ ਕੋਲ ਸਿਰਫ 1500 ਰੁਪਈਆ ਸੀਗਾ, ਜਿਹਦੇ ਵਿੱਚ ਮੈਂ ਸੋਚਿਆ ਸੀ 400 ਰੁਪਇਆ ਪਰਚੀ ਦਾ ਆ ਅਤੇ 1100 ਰੁਪਏ ਦੀ ਮੇਰੀ ਮੈਡੀਸਨ ਹਫ਼ਤੇ ਦੀ ਆਊਗੀ ਤਾਂ ਮੈਂ ਘਰ ਆ ਜਾਊਂਗੀ, ਠੀਕ ਹੈ। ਕਲੋਨੋਸਕੋਪੀ ਦੇ ਵਾਸਤੇ ਵੀ ਮੈਂ ਕਿਸੇ ਕੋਲ ਪੈਸੇ ਮੰਗੇ ਸੀਗੇ ਕਿ ਮੈਨੂੰ ਦੇ ਦਿਓ ਅਤੇ ਉਹ ਮੈਨੂੰ ਦੇਣ ਵੀ ਆਏ ਸੀਗੇ ਉੱਥੇ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਉੱਥੇ ਐਡਮਿਟ ਕਰਵਾ ਦਿੱਤਾ, 1000 ਦਿੱਤਾ ਅਤੇ ਉਹ ਕਹਿੰਦੇ ਆ ਜਿਹੜੇ ਰਿਸੈਪਸ਼ਨ ਦੇ ਬੰਦੇ ਮੈਨੂੰ ਕਹਿੰਦੇ ਕਿ ਆਹ 1000 ਰੁਪਏ ਨਾਲ ਐਡਮਿਸ਼ਨ ਨਹੀਂ ਹੋਣੀ ਹੈਗੀ, ਪੂਰੇ ਪੈਸੇ 5500 ਰੁਪਇਆ ਹੁਣੀ ਦੇਵੋ ਤਾਂ ਉਸ ਤੋਂ ਬਾਅਦ ਐਡਮਿਸ਼ਨ ਤੁਹਾਡੀ ਅਸੀਂ ਕਰਾਂਗੇ। ਮੈਂ ਫਿਰ ਉਸ ਤੋਂ ਬਾਅਦ ਪੈਸੇ ਮੰਗਵਾਏ ਕਿਸੇ ਕੋਲੋਂ 10,000 ਰੁਪਇਆ ਮੰਗਵਾਇਆ, ਮੈਂ 5500 ਰੁਪਏ ਇਹਨਾਂ ਨੂੰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ ਮੈਡਮ
ਤੁਸੀਂ ਉਹਨਾਂ ਨੇ ਪੈਸੇ ਲੈਣ ਤੋਂ ਪਹਿਲਾਂ ਹੀ ਮੈਨੂੰ ਕਿਹਾ, ਕਹਿੰਦੇ ਦੇਖੋ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਸਰ ਜਨਰਲ ਵਾਰਡ ਵਿੱਚ ਸਾਨੂੰ ਰੂਮ ਦੇ ਦਿਓ, ਅਸੀਂ ਇੰਨੇ ਹੈ ਨਹੀਂ ਗਏ ਕਿ ਅਸੀਂ ਦੂਸਰਾ ਰੂਮ ਲਈਏ। ਕਹਿੰਦੇ ਉੱਥੇ ਤਾਂ ਕਰੋਨਾ ਦੇ ਪੇਸ਼ੈਂਟ ਹੁੰਦੇ ਆ, ਤੁਸੀਂ ਜਨਰਲ ਵਾਰਡ 'ਚ ਕਿੱਦਾਂ ਰਹਿ ਸਕਦੇ ਆ, ਲਾਈਕ ਰਲੇ ਮਿਲੇ ਪੇਸ਼ੈਂਟ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ। ਫਿਰ ਮੈਂ ਸੋਚਿਆ, ਮੈਂ ਕਿਹਾ ਲੀਵਰ ਤਾਂ ਇਹਨਾਂ ਦਾ ਅੱਗੇ ਹੀ ਵੀਕ ਆ, ਹੈ ਨਾ, ਜਿੱਦਾਂ ਵੀ ਕਰ ਤੂੰ ਨੀਰਜ ਇਹਨਾਂ ਨੂੰ ਪ੍ਰਾਈਵੇਟ ਚੱਲ ਲੈ ਦੇ ਰੂਮ, ਹੈ ਨਾ। ਉਹਨਾਂ ਨੇ 4800 ਰੁਪਏ ਦਾ ਇਹਨਾਂ ਨੂੰ ਰੂਮ ਦਿੱਤਾ ਉੱਥੇ, ਆਪਣਾ ਪ੍ਰਾਈਵੇਟ ਰੂਮ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਨੇ ਮੈਂ ਸਾਰੀਆਂ ਰਿਪੋਰਟਾਂ ਸਰ ਨੂੰ ਦਿਖਾ ਚੁੱਕੀ ਸੀ, ਮੈਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਦੁਬਾਰਾ ਉਹੀ ਟੈਸਟ ਲਿਖੇ ਜਿਹੜੇ ਟੈਸਟ ਇਹਨਾਂ ਦੇ ਸੈਟਰਡੇ ਨੂੰ ਹੋ ਚੁੱਕੇ, ਸੈਟਰਡੇ ਈਵਨਿੰਗ ਨੂੰ ਟੈਸਟ ਹੋਏ ਸੀਗੇ, ਉਹਨਾਂ ਨੇ ਦੁਬਾਰਾ ਕਿਉਂ ਲਿਖੇ ਮੈਨੂੰ ਨਹੀਂ ਪਤਾ, ਆਈ ਡੋਂਟ ਨੋ। ਫਿਰ ਮੈਂ ਸਰ ਨੂੰ ਕਿਹਾ, ਸਰ ਦੇਖੋ ਜਿਹੜੇ ਵੀ ਤੁਸੀਂ ਟੈਸਟ ਲਿਖੇ ਆ, ਤੇ ਇਹ ਮੈਂ ਟੈਸਟ ਨਾ ਆਪਣੇ ਬ੍ਰਦਰ ਦੀ ਲੈਬੋਰਟਰੀ ਤੋਂ ਕਰਾਉਣੀ, ਮੇਰਾ ਕਜ਼ਨ ਬ੍ਰਦਰ ਆ ਜੀ। ਤੇ ਰਿਸੈਪਸ਼ਨ ਵਾਲੇ ਨੇ ਕਿਹਾ ਨਹੀਂ ਮੈਡਮ ਇਹ ਨਹੀਂ ਹੋ ਸਕਦਾ, ਤੁਸੀਂ ਇੱਥੋਂ ਹੀ ਟੈਸਟ ਕਰਾਉਣੇ ਪੈਣੇ ਤੁਹਾਨੂੰ। ਮੈਂ ਕਿਹਾ ਮੈਂ ਡਾਕਟਰ ਵਿਜੇ ਨੰਦਾ ਨਾਲ ਗੱਲ ਕਰ ਲੈਣੀ ਜਾ ਕੇ ਅੰਦਰ। ਮੈਂ ਇਹਨਾਂ ਨੂੰ ਸਰ ਨੂੰ ਕਿਹਾ, ਮੈਂ ਕਿਹਾ ਸਰ ਟੈਸਟ ਮੈਂ ਕਰਾਉਣੇ, ਕਹਿੰਦੇ ਪਤਾ ਨਹੀਂ ਲੈਬੋਰਟਰੀਆਂ ਓਰੀਜਨਲ ਹੁੰਦੀਆਂ ਕਿ ਨਹੀਂ, ਉਹਨਾਂ ਦੀਆਂ ਮਸ਼ੀਨਾਂ ਕਿੱਦਾਂ ਦੀਆਂ ਨਹੀਂ, ਤੁਸੀਂ ਸਾਡੇ ਕੋਈ ਟੈਸਟ ਕਰਾਵੋ ਇੱਥੋਂ। ਮੈਂ ਕਿਹਾ ਸਰ ਮੈਂ ਨਹੀਂ ਕਰਾ ਸਕਦੀ, ਮੈਂ ਬਹੁਤ ਗਰੀਬ ਹਾਂ, ਮਤਲਬ ਕਿ ਮੇਰੀ ਹਿੰਮਤ ਨਹੀਂ ਹੈਗੀ, ਨਹੀਂ ਮੇਰੇ ਉੱਥੇ ਫ੍ਰੀ ਵਿੱਚ ਹੋ ਜਾਣੀ ਆ, ਉਹਨਾਂ ਨੇ ਮੇਰੇ ਤੋਂ ਪੈਸੇ ਨਹੀਂ ਲੈਣੇ। ਉਸ ਤੋਂ ਬਾਅਦ ਮੈਂ ਉਹ ਟੈਸਟ ਜਿਹੜੇ ਸੀਗੇ ਆਪਣੇ ਬ੍ਰਦਰ ਦੀ ਲੈਬੋਰਟਰੀ ਵਿੱਚ ਭੇਜੇ, ਜਿਹਦੇ ਵਿੱਚ ਲੀਵਰ ਫੰਕਸ਼ਨ ਦਾ ਟੈਸਟ ਸੀਗਾ, LFT, SGOT, SGPT ਪਲੱਸ CBC ਸੀਗਾ, ਤੇ ਹੋਰ ਕਈ ਵੱਡੇ ਵੱਡੇ ਟੈਸਟ ਲਿਖੇ ਸੀਗੇ ਇਹਨਾਂ ਨੇ, ਮੈਨੂੰ ਨਹੀਂ ਪਤਾ ਉਹ ਕਿੰਨੇ ਦੇ ਸੀਗੇ, ਪਰ ਮੈਨੂੰ ਦੱਸਿਆ ਗਿਆ ਕਿ ਕਹਿੰਦੇ ਜੇ ਅਗਰ ਤੁਸੀਂ ਇਹ ਹਸਪੀਟਲ ਅੰਦਰੋਂ ਕਰਾਉਂਦੇ ਤਾਂ ਤੁਹਾਡੇ ਮੈਡਮ 20000 ਰੁਪਇਆ ਲੱਗ ਜਾਣਾ ਸੀ ਟੈਸਟਾਂ ਦਾ। ਉਸ ਤੋਂ ਬਾਅਦ ਸਰ ਨੇ ਮੈਨੂੰ ਐਕਸਰਾ ਵੀ ਲਿਖ ਕੇ ਦਿੱਤਾ, ਜਿਹੜਾ ਸ਼ਨੀਵਾਰ ਹੋਇਆ ਸੀਗਾ। ਐਕਸਰੇ ਦੇ ਪੈਸੇ ਜਮ੍ਹਾਂ ਕਰ ਲਿੱਤੇ ਗਏ, ਪਰ ਮੈਂ ਐਕਸਰਾ ਕਰਾਇਆ ਨਹੀਂ ਸੀਗਾ ਕਿਉਂਕਿ ਮੇਰਾ ਹੋਇਆ ਸੀ ਸੈਟਰਡੇ ਨੂੰ ਆਲਰੇਡੀ, ਤੇ ਮੈਂ ਇਸ ਕਰਕੇ ਕਰਾਇਆ ਨਹੀਂ। ਉਸ ਤੋਂ ਬਾਅਦ ਇਹਨਾਂ ਨੇ ਕੋਵਿਡ ਦਾ ਟੈਸਟ ਵੀ ਲਿਖਿਆ ਸੀ 2400 ਰੁਪਏ ਦਾ, ਜਿਹੜਾ ਮੰਡੇ ਨੂੰ ਆਈ ਥਿੰਕ 15 ਤਰੀਕ ਸੀ ਉਸ ਦਿਨ ਮੇਰੇ ਖਿਆਲ ਨਾਲ, ਉਸ ਦਿਨ ਇਹਨਾਂ ਨੇ ਇਹਦਾ ਸੈਂਪਲ ਲੈ ਲਿਆ ਸੀਗਾ ਕੋਵਿਡ ਦਾ ਵੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਸਾਰੇ ਸੈਂਪਲ ਦੇ ਦਿੱਤੇ ਤੇ ਮੈਂ ਆਪਣੇ ਬ੍ਰਦਰ ਨੂੰ ਫੜਾ ਦਿੱਤੇ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਜਦੋਂ ਹਸਪੀਟਲ ਆਈ, ਇਹਨਾਂ ਨੇ ਮੈਨੂੰ 3050 ਰੁਪਏ ਦੀਆਂ ਦਵਾਈਆਂ ਲਿਆਉਣ ਵਾਸਤੇ ਕਹਿ ਦਿੱਤਾ, ਠੀਕ ਹੈ ਜੀ। ਮੈਂ ਉਹ ਸਾਰੇ ਰੇਟ ਰੂਟ ਦੇਖੇ, ਮੈਂ ਕਿਹਾ ਇਹ ਤਾਂ ਸਸਤੀਆਂ ਮਿਲਦੀਆਂ ਬਾਹਰੋਂ, ਚਲੋ ਕੋਈ ਗੱਲ ਨਹੀਂ, ਮੈਂ ਉਹਦੇ ਵਾਸਤੇ ਵੀ ਕੁਛ ਨਹੀਂ ਕਹਿੰਦੀ। ਉਸ ਤੋਂ ਬਾਅਦ ਜੀ ਮੈਂ ਸੈਂਪਲ ਇਹਨਾਂ ਨੇ ਮੇਰੇ ਤੋਂ ਰਿਪੋਰਟਾਂ ਮੰਗੀਆਂ, ਜਿਹੜੀਆਂ ਅੱਧੇ ਘੰਟੇ ਵਿੱਚ ਰਿਪੋਰਟਾਂ ਆਉਂਦੀਆਂ ਆ CBC ਦੀਆਂ ਪਲੱਸ ਲੀਵਰ ਫੰਕਸ਼ਨ ਟੈਸਟ ਦੀਆਂ, ਉਹ ਮੈਂ ਇਹਨਾਂ ਨੂੰ ਲਿਆ ਕੇ ਦੇ ਦਿੱਤੀਆਂ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪ੍ਰੈਸ਼ਰ ਪਾਇਆ, ਬਾਕੀ ਰਿਪੋਰਟਾਂ ਕਿੱਥੇ ਆ? 3 ਵਜੇ ਤੁਸੀਂ ਮੇਰੇ ਕੋਲੋਂ ਮੈਨੂੰ ਸੈਂਪਲ ਦੇ ਰਹੇ ਆ, ਤੁਸੀਂ ਕਹਿੰਦੇ ਆ ਕਿ 3 ਘੰਟੇ ਵਿੱਚ ਜਿਹੜੀਆਂ ਰਿਪੋਰਟਾਂ 24 ਘੰਟੇ ਤੋਂ ਬਾਅਦ ਆਉਂਦੀਆਂ ਮੈਂ ਤੁਹਾਨੂੰ 6 ਵਜੇ ਫੜਾ ਦੇਵਾਂ, ਮਤਲਬ ਕਿ 3 ਘੰਟੇ ਵਿੱਚ ਮੈਂ ਤੁਹਾਨੂੰ ਰਿਪੋਰਟਾਂ ਕਿੱਦਾਂ ਫੜਾ ਦੇਵਾਂ ਬਈ। ਉਸ ਤੋਂ ਬਾਅਦ ਮੈਂ ਬ੍ਰਦਰ ਨੂੰ ਪੁੱਛਿਆ, ਕਹਿੰਦੇ ਜਿਹੜਾ ਸੈਂਪਲ ਹੀ ਮਸ਼ੀਨ ਵਿੱਚ 24 ਘੰਟੇ ਰਹੂਗਾ ਉਹ ਤੁਹਾਨੂੰ ਮੈਂ ਹੁਣ ਕਿੱਦਾਂ ਦੇ ਦੇਵਾਂ। ਫਿਰ ਇਹਨਾਂ ਨੇ ਮੈਨੂੰ ਕਿਹਾ, ਹਸਪੀਟਲ ਵਾਲੇ ਮੈਡਮ ਪ੍ਰਤਿਭਾ, ਪਤਾ ਨਹੀਂ ਕਿਹੜੀ ਮੈਡਮ ਸੀਗੀ, ਮੈਡਮ ਕਹਿੰਦੀ ਤੁਸੀਂ ਇੱਥੋਂ ਕਰਾਉਂਦੇ ਨਾ ਤੁਹਾਨੂੰ ਜਲਦੀ ਟੈਸਟ ਰਿਪੋਰਟ ਮਿਲ ਜਾਏ ਸੀ, ਤੁਸੀਂ ਕੰਮ ਹੀ ਖਰਾਬ ਕਰ ਦਿੱਤਾ ਸਾਰਾ, ਅਸੀਂ ਸਰ ਦੀ ਕਲੋਨੋਸਕੋਪੀ ਕਰਨੀ ਆ, ਜੇ ਸਾਰੇ ਟੈਸਟ ਨਾਰਮਲ ਆਏ ਫਿਰ ਕਲੋਨੋਸਕੋਪੀ ਨਹੀਂ ਕਰਨੀ ਹੈਗੀ, ਬਸ ਆਪਾਂ ਇਹੀ ਦੇਖਣਾ ਕਿ ਟੈਸਟ ਨਾਰਮਲ ਆਉਂਦੇ ਕਿ ਨਹੀਂ। ਮੈਂ ਇਹਨਾਂ ਨੂੰ ਕਿਹਾ ਮੈਡਮ ਤੁਸੀਂ ਸਵੇਰ ਤੱਕ ਵੇਟ ਕਰੋ, ਸ਼ਾਇਦ ਮਾਰਨਿੰਗ ਤੱਕ ਆ ਜਾਣ। ਉਸ ਤੋਂ ਬਾਅਦ ਵੀ ਡਾਕਟਰ ਮੈਨੂੰ ਸਵੇਰੇ ਫੇਰ ਆਏ, ਕਹਿੰਦੇ तुमने ये कहाँ से टेस्ट करवा लिए, अगले मंगलवार ਨੂੰ ਆਏ डॉक्टर मेरे को, तो आपने कहाँ से टेस्ट करवाए हैं? अच्छा ये टेस्ट जो मैंने एक लिखा है ना HEV और HUV, पता नहीं केड़ा HJV, ये मैंने गलत टिक कर दिया था, ये ना आप ये वाला मत करवाना, दूसरा करवा लेना जी। इट मीनस कि जे मैं उस टेस्ट के पैसे तुहाडे हॉस्पिटल च भर चुकी हुंदी ਤੇ ਉਹ ਵੀ ਗਏ ਸੀਗੇ ਤੇ ਮੈਨੂੰ ਇੱਕ ਦੁਬਾਰਾ ਹੋਰ ਟੈਸਟ ਕਰਾਉਣਾ ਪੈਣਾ ਸੀ ਤੇ ਬੰਦੇ ਦਾ ਬਲੱਡ ਫੇਰ ਕੱਢ ਹੋਣਾ ਸੀ, ਠੀਕ ਹੈ ਜੀ। ਉਹ ਵੀ ਟੈਸਟ ਮੇਰੇ ਬ੍ਰਦਰ ਦੀ ਲੈਬ ਸੀ, ਇਸ ਕਰਕੇ ਮੈਂ ਉਹਨਾਂ ਤੋਂ ਟੈਸਟ ਚੇਂਜ ਕਰਵਾਏ, ਠੀਕ ਹੈ। ਉੱਥੋਂ ਹੀ ਉਹਨਾਂ ਨੇ ਫਿਰ ਉਹ ਟੈਸਟ ਮੈਨੂੰ ਈਵਨਿੰਗ ਵਿੱਚ ਦਿੱਤੇ। ਬਿਲਕੁਲ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਦੇਖੋ, ਅਗਰ ਤੁਹਾਡੇ ਹਸਬੈਂਡ ਦੇ ਇਹ ਸਾਰੇ ਬਲੱਡ ਟੈਸਟ ਨਾਰਮਲ ਆਏ ਆ ਤੇ ਅਸੀਂ ਤੁਹਾਡਾ ਮਤਲਬ ਕਿ ਕਲੋਨੋਸਕੋਪੀ ਨਹੀਂ ਕਰਾਂਗੇ। ਟੈਸਟ ਨਾਰਮਲ ਆ ਗਏ ਜੀ, ਉਸ ਤੋਂ ਬਾਵਜੂਦ ਵੀ ਇਹਨਾਂ ਨੇ ਕਲੋਨੋਸਕੋਪੀ ਕਰ ਦਿੱਤੀ, ਠੀਕ ਹੈ। ਬੰਦਾ ਸੋਚੇਗਾ ਕਿ ਇਹ ਤਾਂ ਗੱਲ ਤੋਂ ਮੁੱਕਰਦੇ ਆ, ਆਪਾਂ ਕੁਐਸਚਨ ਤਾਂ ਫਿਰ ਆਬਵੀਅਸ ਆ ਕਿ ਡਾਕਟਰ ਨੂੰ ਕਰਾਂਗੇ, ਤੁਸੀਂ ਇੱਦਾਂ ਕਿਉਂ ਕਰਦੇ ਪਏ, ਤੁਸੀਂ ਤਾਂ ਕਹਿੰਦੇ ਕੁਝ ਹੋਰ ਕਰਦੇ ਕੁਝ ਹੋਰ ਪਏ ਆ। ਇਸ ਤੋਂ ਬਾਅਦ ਈਵਨਿੰਗ ਵਿੱਚ ਮੇਰੇ ਹਸਬੈਂਡ ਨੇ ਪੁੱਛਿਆ ਕਿ ਸਰ ਅਸੀਂ ਇੰਨੀ ਹਿੰਮਤ ਨਹੀਂ ਰੱਖਦੇ ਕਿ ਟੈਸਟ ਕਰਾਈਏ, ਤੁਸੀਂ ਮੈਨੂੰ ਦੱਸੋ ਮੈਨੂੰ ਪ੍ਰੋਬਲਮ ਕੀ ਹੈ। ਸਾਰੀ ਕਲੋਨੋਸਕੋਪੀ ਵੀ ਨਾਰਮਲ ਆਈ ਸੀ ਇਹਨਾਂ ਦੇ ਉਸ ਤੋਂ ਬਾਅਦ, ਠੀਕ ਹੈ ਜੀ। ਮੇਰੀ ਕਲੋਨੋਸਕੋਪੀ ਵੀ ਨਾਰਮਲ ਆਈ, ਮੇਰੇ ਸਾਰੀਆਂ ਰਿਪੋਰਟਾਂ ਨਾਰਮਲ ਆਈਆਂ, ਮੇਰੇ ਅੰਤੜਿਆਂ 'ਚ ਕੋਈ ਸੂਜਨ ਨਹੀਂ ਹੈ, ਕੁਛ ਨਹੀਂ ਹੈਗਾ, ਤੁਸੀਂ ਮੈਨੂੰ ਦੱਸੋ ਕਿ ਮੈਨੂੰ ਪ੍ਰੋਬਲਮ ਕੀ ਆ। ਕਹਿੰਦਾ ਕਾਕਾ ਤੈਨੂੰ ਪਤਾ ਕਿੰਨੇ ਤਰ੍ਹਾਂ ਦਾ ਪੀਲੀਆ ਹੁੰਦਾ? ਐਡੀਆਂ ਵੱਡੀਆਂ ਬੁੱਕਾਂ ਹੁੰਦੀਆਂ ਮੋਟੀਆਂ 50,000 ਤਰ੍ਹਾਂ ਦੀ ਹੁੰਦੀ ਆ ਪੀਲੀਏ ਦੀ ਤਾਂ ਨਾ ਪ੍ਰੋਬਲਮ ਜੀ, ਠੀਕ ਹੈ। ਤੇ ਇਹ ਕਹਿੰਦੇ ਮਤਲਬ ਕਿ ਮੈਂ 50,000 ਟੈਸਟ ਕਰਾਊਂਗਾ ਆਪਣੇ, ਇੱਕ ਗਰੀਬ ਬੰਦਾ ਆਪਣੇ 50,000 ਟੈਸਟ ਕਿੱਥੋਂ ਕਰਾਊਗਾ, ਹੈ ਨਾ। ਕਹਿੰਦੇ ਇੱਕ ਕੈਮਿਸਟ ਹੁੰਦਾ ਆ ਜਿਹਦੇ ਕੋਲ ਆਪਾਂ ਜਾਂਦੇ ਹਾਂ, ਮਤਲਬ ਕਿ ਇੱਕ ਮਤਲਬ ਕਿ ਦਵਾਈ ਦੇ ਦਿੰਦਾ ਆ ਆਪਣੇ ਵੈਸੇ ਬਿਮਾਰੀ ਦੱਸਣ ਤੇ ਦਵਾਈ ਦੇ ਦਿੰਦਾ, ਹੈ ਨਾ। ਇੱਕ ਡਾਕਟਰ ਹੁੰਦਾ ਹੈ ਜਿਹਨੂੰ ਪਤਾ ਹੁੰਦਾ ਕਿ ਬੰਦੇ ਨੂੰ ਆਹ ਪ੍ਰੋਬਲਮ ਆ, ਆਹ ਟੈਸਟ ਕਰਾਊਂਗਾ, ਇਹਦੇ ਵਿੱਚ ਹੀ ਕਮੀ ਆਣੀ ਆ, ਬਿਲਕੁਲ। ਤੇ ਠੀਕ ਆ, ਉਹ 50,000 ਟੈਸਟ ਥੋੜਾ ਨਾ ਕਰਾਊਗਾ ਬੰਦੇ ਦੇ ਜੀ। ਗੱਲ ਖਤਮ ਹੋ ਗਈ। ਕਹਿੰਦਾ ਤੂੰ ਤੈਨੂੰ ਜ਼ਿਆਦਾ ਨਹੀਂ ਪਤਾ ਹੈਗਾ, ਬਸ ਕਰ, ਸਵੇਰੇ ਦੱਸ, ਮਤਲਬ ਕਿ ਕੋਈ ਗੱਲ ਨਹੀਂ ਦੇਖਦੇ ਆ। ਡੋਰ ਵਿੱਚ ਖੜੇ ਡਾਕਟਰ, ਮੈਂ ਡਾਕਟਰ ਨੂੰ ਪੁੱਛਿਆ
ਕਿ ਸਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਅੱਜ ਤੱਕ ਆਪਣੇ ਹਸਪੀਟਲ ਵਿੱਚ ਜੌਂਡਿਸ ਦਾ, ਥਾਇਰਾਇਡ ਦਾ ਕੋਈ ਪੇਸ਼ੈਂਟ ਨਹੀਂ ਦੇਖਿਆ? ਜੀ। ਕਹਿੰਦੇ 14 ਸਾਲ ਹੋ ਗਏ ਮੈਨੂੰ ਇਸ ਹਸਪੀਟਲ 'ਚ ਕੰਮ ਕਰਦੇ ਨੂੰ, ਇੱਦਾਂ ਦੇ ਬਥੇਰੇ ਆਉਂਦੇ ਆ। ਡਾਕਟਰ ਨੇ ਕਿਹਾ ਤੁਹਾਨੂੰ? ਇਹ ਡਾਕਟਰ ਦਾ ਨਾਮ ਨਹੀਂ ਮੈਨੂੰ ਪਤਾ, ਪਰ ਉਹਨਾਂ ਨੇ ਟਿੱਕਾ ਲਾਇਆ ਹੁੰਦਾ ਹੈ ਹਨੂਮਾਨ ਜੀ ਦਾ, ਸੰਤਰੀ ਕਲਰ ਦਾ, ਔਰੇਂਜ ਕਲਰ ਦਾ ਟਿੱਕਾ ਲਾਇਆ ਹੁੰਦਾ ਉਹਨਾਂ ਨੇ, ਡਾਕਟਰ ਨੇ। ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ 14 ਸਾਲ ਹੋ ਗਏ ਆ ਤੇ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਬਾਕੀ ਸਵੇਰੇ ਦੱਸੂਗਾ ਜੀ, ਸਵੇਰੇ ਦੱਸੂਗਾ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਨਰਸ ਆਉਂਦੀ ਹੈ ਸਾਡੇ ਰੂਮ ਵਿੱਚ। ਉਹ ਜਿਹੜੀਆਂ ਨਰਸਾਂ ਆ, ਇੱਕ ਮੈਂ ਡਾਕਟਰ ਹਸਪੀਟਲਾਂ ਦੀ ਹੋਰ ਗੱਲ ਕਰਨਾ ਚਾਹੂੰਗੀ, ਇਹ ਜਿਹੜੀਆਂ ਰਾਤ ਨੂੰ ਹੀ ਆਉਂਦੀਆਂ ਨਰਸਾਂ, ਦਵਾਈਆਂ ਲਿਖਣ, ਟੀਕੇ ਲਿਖਣ, ਗਲੂਕੋਜ਼ ਦੀਆਂ ਬੋਤਲਾਂ ਲਿਖਣ, ਇਹ ਦਿਨੇ ਕਿਉਂ ਨਹੀਂ ਆਉਂਦੀਆਂ ਲਿਖਣ ਵਾਸਤੇ? ਇਹ ਹਸਪੀਟਲ ਵਾਲੇ ਸਾਰੀਆਂ ਮੈਡੀਸਨ ਰਾਤ ਨੂੰ ਲਿਖਦੇ ਤਾਂ ਕਿ ਬੰਦਾ ਸਵੇਰੇ ਜਾ ਕੇ ਉੱਥੋਂ ਲਿਆ ਨਾ ਸਕੇ, ਰਾਤੀ ਹੀ ਲਿਆਵੇ ਸਾਰੀਆਂ ਚੀਜ਼ਾਂ ਨੂੰ। ਠੀਕ ਹੈ, ਹੁਣ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਹੁਣ ਜੋਗੀਆਂ ਹੀ ਲਿਖੋ, ਵੀ ਸਵੇਰ ਜੋਗੀਆਂ ਨਾ ਲਿਖੋ, ਮੈਂ ਸਵੇਰੇ ਦਿਲਕੁਸ਼ਾ ਮਾਰਕੀਟ ਤੋਂ ਮੰਗਾ ਲੂੰਗੀ। ਕਹਿੰਦੀ ਸਵੇਰੇ ਤੱਕ ਤਾਂ ਸਾਨੂੰ ਸ਼ਾਇਦ ਛੁੱਟੀ ਮਿਲ ਜਾਵੇ, ਤੁਹਾਨੂੰ ਉਹ ਮਿਲ ਜਾਣੀ ਆ, ਡਿਸਚਾਰਜ ਮਿਲ ਜਾਣਾ। ਮੈਂ ਪਾਪਾ ਨੂੰ ਕਿਹਾ, ਮੈਂ ਕਿਹਾ ਪਾਪਾ ਉਹ ਤਾਂ ਇੱਦਾਂ ਕਹਿੰਦੇ ਸਵੇਰੇ ਡਿਸਚਾਰਜ ਮਿਲ ਜਾਣਾ। ਮੈਂ ਕਿਹਾ ਸ਼ਾਇਦ ਡਾਕਟਰ ਨੇ ਮੇਰੀ ਕਿਸੇ ਗੱਲ ਦਾ ਗੁੱਸਾ ਤਾਂ ਨਹੀਂ ਕਰ ਲਿਆ ਕਿ ਮੈਂ ਉਹਨਾਂ ਨੂੰ ਕੁਐਸਚਨ ਕੀਤੇ ਆ ਕਿ ਨਾ ਅਸੀਂ ਤਾਂ ਡਰ ਗਏ ਕਿ ਇਹ ਵੀ ਬਿਮਾਰ ਵੀ ਹੈਗੇ ਆ। ਇੰਨੇ ਨੂੰ ਡੈਡੀ ਪੁੱਛਣ ਗਏ, ਕਹਿੰਦੇ ਤੁਸੀਂ ਮਤਲਬ ਕਿ ਮੈਡਮ ਇੰਨੀ ਗੱਲ ਕਹਿੰਦੇ ਆ ਕਿ ਡਿਸਚਾਰਜ ਕਰਨਾ? ਨਹੀਂ ਨਹੀਂ ਅੰਕਲ ਜੀ, ਉਹ ਤਾਂ ਆਪਾਂ ਉੱਦਾਂ ਹੀ ਕਿਹਾ ਸੀ, ਗੋਲਮੋਲ ਕਰ ਦਿੱਤੀ ਉਹਨਾਂ ਨੇ ਗੱਲ। ਠੀਕ ਹੈ, ਜਦ ਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਕੀ ਅੰਦਰ ਬਣ ਰੱਖੀ, ਖਿਚੜੀ ਪੱਕ ਰਹੀ ਆ, ਕਿੱਦਾਂ ਇਹਨਾਂ ਨੇ ਸਾਨੂੰ ਸਵੇਰੇ ਡਿਸਚਾਰਜ ਦੇਣਾ ਆ। ਠੀਕ ਹੈ ਜੀ, ਸਵੇਰੇ ਸੁੱਤੇ ਉੱਠੇ ਆ, ਪਾਪਾ ਜੀ ਮੇਰੇ ਨਰਸ ਆਈ ਆ ਸਵੇਰੇ, ਇਹਨਾਂ ਨੂੰ ਮੈਡੀਸਨ ਦੇ ਕੇ ਗਈ ਆ, ਸਭ ਕੁਝ ਕਰਕੇ ਗਈ ਆ, ਕੋਈ ਇਹਨਾਂ ਨੇ ਪ੍ਰੀਕਾਸ਼ਨ ਨਹੀਂ ਲਈ ਸੀਗੀ ਕਿਉਂਕਿ ਰਿਪੋਰਟ ਜਿਹੜੀ ਮੇਰੇ ਕੋਲ ਪੋਜ਼ਿਟਿਵ ਵਾਲੀ ਦਿੱਤੀ ਹੈ ਇਹਨਾਂ ਨੇ, ਉਹਦੇ ਵਿੱਚ 3:21 ਦਾ ਸਵੇਰੇ ਦਾ ਟਾਈਮ ਹੈਗਾ, ਤੜਕੇ ਦਾ 16 ਤਰੀਕ ਨੂੰ। ਠੀਕ ਹੈ ਜੀ, ਜਦ ਕਿ ਇਹਨਾਂ ਨੂੰ ਪਤਾ ਸੀ ਮਤਲਬ ਕਿ ਹਸਪੀਟਲ ਵਾਲਿਆਂ ਨੂੰ ਕਿ ਬੰਦਾ ਪੋਜ਼ਿਟਿਵ ਆ। ਸੋ ਨੀਰਜ ਜੀ, ਜੋ ਸੈਂਪਲ ਤੁਹਾਡੇ ਹਸਬੈਂਡ ਦੇ ਕੋਵਿਡ ਦੇ ਟੈਸਟ ਵਾਸਤੇ ਲਿੱਤੇ ਗਏ ਸੀ, ਤੁਹਾਨੂੰ ਰਿਪੋਰਟ ਪੋਜ਼ਿਟਿਵ ਦੀ ਹਸਪੀਟਲ ਨੇ ਕਿਸ ਦਿਨ ਦਿੱਤੀ ਹੈ? ਪੋਜ਼ਿਟਿਵ ਦੀ ਉਹਨਾਂ ਕੋਲ ਦੇਖੋ ਰਿਪੋਰਟ ਮੇਰੇ ਕੋਲ ਜਿਹੜੀਆਂ ਉਹਨਾਂ ਨੇ ਹੱਥ ਵਿੱਚ ਫੜਾਈਆਂ ਸੀਗੀਆਂ ਰਿਪੋਰਟਾਂ ਦੀ ਕਾਪੀ, ਉਹਦੇ ਵਿੱਚ 16/9/2020 ਨੂੰ ਉਹਨਾਂ ਨੇ 3:30 ਵਜੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਬੰਦਾ ਪੋਜ਼ਿਟਿਵ ਹੈਗਾ ਆ। ਠੀਕ ਹੈ, ਉਸ ਤੋਂ ਬਾਵਜੂਦ ਵੀ ਜਿਹੜੀ ਨਰਸਾਂ ਆਈਆਂ ਸੀਗੀਆਂ ਸਾਡੇ ਕੋਲ, ਉਹ ਆਈਆਂ, ਉਹਨਾਂ ਨੇ ਬਿਨਾਂ ਗਲਵਸ ਤੋਂ ਇਹਨਾਂ ਦੀ ਕਨੂਲਾ ਉਤਾਰੀ ਆ ਜਦੋਂ ਡਿਸਚਾਰਜ ਕੀਤਾ ਆ। ਠੀਕ ਹੈ ਜੀ, ਉਹਨਾਂ ਨੇ ਮੈਨੂੰ, ਡਾਕਟਰ ਨੇ ਮੈਨੂੰ ਕਿਹਾ ਸੀਗਾ, ਕਹਿੰਦਾ ਤੁਹਾਡੇ ਹਸਬੈਂਡ ਦੀ ਜਿਹੜੀ ਤਬੀਅਤ ਉਹ ਜ਼ਿਆਦਾ ਖਰਾਬ ਆ ਲੀਵਰ ਦੀ, ਜਦ ਕਿ ਉਹਨਾਂ ਦੀ ਆਕਸੀਜਨ ਨਾਰਮਲ, ਉਹਨਾਂ ਨੂੰ ਕੋਈ ਫੀਵਰ ਨਹੀਂ, ਕੋਈ ਖਾਂਸੀ ਨਹੀਂ, ਕੋਈ ਜ਼ੁਕਾਮ ਨਹੀਂ, ਜਿਹੜੇ 3 ਲੱਛਣ ਮੇਨ ਆ, ਜਿਹੜੀ ਗੌਰਮੈਂਟ ਵੀ ਕਹਿੰਦੀ ਹੈ ਕਿ ਇਹੀ ਲੱਛਣ ਹੈਗੇ ਆ ਤਾਂ ਤੁਹਾਨੂੰ ਕਰੋਨਾ ਹੈਗੀ ਆ। ਠੀਕ ਹੈ ਜੀ, ਤਾਂ ਤੁਸੀਂ ਪੋਜ਼ਿਟਿਵ ਮੰਨੇ ਜਾਓਗੇ। ਮੈਂ ਡਾਕਟਰ ਨੂੰ ਕਿਹਾ, ਮੈਂ ਕਿਹਾ ਮੇਰੇ ਹਸਬੈਂਡ ਵਿੱਚ ਇੱਦਾਂ ਦੇ ਕੋਈ ਲੱਛਣ ਨਹੀਂ ਹੈਗੇ। ਕਹਿੰਦਾ ਤੁਹਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ। ਮੈਨੂੰ ਡਾਕਟਰ ਨੇ ਇਹੀ ਕਿਹਾ, ਵੀਡੀਓ ਵਿੱਚ ਵੀ ਮੈਨੂੰ ਇਹੀ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿਸੇ ਵੀ ਚੀਜ਼ ਦਾ। ਠੀਕ ਹੈ, ਤੇ ਉਹਨਾਂ ਨੇ ਮੈਨੂੰ ਮਤਲਬ ਕਿ ਕਹਿੰਦੇ ਤੁਹਾਡੇ ਹਸਬੈਂਡ ਪੋਜ਼ਿਟਿਵ ਆਏ ਆ, ਤੁਸੀਂ ਹੁਣ ਦੱਸੋ, ਤੁਸੀਂ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਜਲਦੀ ਜਲਦੀ ਅਸੀਂ ਭੇਜਣਾ ਕੋਵਿਡ ਸੈਂਟਰ, ਤੁਸੀਂ 1,40,000 ਵਾਲਾ ਬੈੱਡ ਲੈਣਾ ਜਾਂ ਫਿਰ 18,000 ਪਰ ਡੇ ਵਾਲਾ ਬੈੱਡ? ਜਦ ਕਿ ਮੈਂ ਉਹਨਾਂ ਰਾਤ ਨੂੰ ਤਾਂ ਉਹਨਾਂ ਅੱਗੇ ਮੈਂ ਰੋ ਕੇ ਹਟੀ ਹਾਂ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਸਰ, ਤੁਸੀਂ ਦੱਸੋ ਮੈਂ ਕੀ ਕਰਾਂ। ਇੰਨੀ ਗੱਲਾਂ ਮੈਨੂੰ ਕਹੀਆਂ ਗਈਆਂ। ਤੇ ਗੱਲ ਇਹ ਆ ਕਿ ਜੇ ਮਤਲਬ ਕਿ ਉਸ ਟਾਈਮ ਮੈਂ ਡਾਕਟਰਾਂ ਦੇ ਕਹਿਣ ਉੱਤੇ ਆਪਣੇ ਹਸਬੈਂਡ ਨੂੰ ਲੀਵਰ ਦਾ ਜਿਹਨੂੰ ਕਮਜ਼ੋਰੀ ਆਈ ਪਈ ਆ, ਜਿਹਨੂੰ ਕੁਛ ਪਚਦਾ ਨਹੀਂ ਪਿਆ, ਠੀਕ ਹੈ ਜੀ, ਜਿਹਨੂੰ ਥਾਇਰਾਇਡ ਆ, ਜਿਹਨੂੰ weight loss ਹੋ ਰਿਹਾ, ਅਗਰ ਮੈਂ ਡਾਕਟਰ ਦੇ ਕਹਿਣ 'ਤੇ ਮੈਂ ਆਪਣੇ ਹਸਬੈਂਡ ਨੂੰ ਕੋਵਿਡ ਸੈਂਟਰ ਲੈ ਜਾਂਦੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਵਿਡ ਪਕੜ ਲੈਂਦਾ, ਕਰੋਨਾ ਪਕੜ ਲੈਂਦਾ। ਠੀਕ ਹੈ ਜੀ, ਉਹਨਾਂ ਦਾ ਕਰੋਨਾ ਟੈਸਟ ਪੋਜ਼ਿਟਿਵ ਆ ਜਾਣਾ ਸੀਗਾ। ਉਸ ਤੋਂ ਬਾਅਦ ਅਗਰ ਕਰਾਉਂਦੇ ਅਸੀਂ ਤੇ ਕਰੋਨਾ ਨੇ ਉਹਨੂੰ ਉਹ ਕੋਵਿਡ ਸੈਂਟਰ 'ਚ ਫੜ ਲੈਣਾ ਸੀ, ਉਹ ਬੰਦੇ ਨੇ ਬਚਣਾ ਨਹੀਂ ਸੀ। ਮੈਨੂੰ ਇੰਨਾ ਪਤਾ ਆ, ਇਹ ਸਾਰਾ ਉਹਨਾਂ ਦਾ ਖਿਚੜੀ ਸੀਗੀ ਇੱਕ ਬਣਾਈ ਹੋਈ, ਉਹਨਾਂ ਨੂੰ ਕਮਿਸ਼ਨ ਵੀ ਮਿਲਦੀ ਹੋਊਗੀ, ਮੈਨੂੰ ਨਹੀਂ ਪਤਾ ਭੇਜਣ ਦੀ ਬੰਦੇ ਨੂੰ, ਹੈ ਨਾ। ਪਰ ਮੈਂ ਉਸ ਟਾਈਮ ਡਾਕਟਰ ਨੂੰ ਕਿਹਾ, ਸਰ ਮੈਂ ਨਹੀਂ ਆਪਣੇ ਹਸਬੈਂਡ ਨੂੰ ਕਰੋਨਾ ਸੈਂਟਰ ਭੇਜਣਾ, ਮੈਂ ਉਹਨਾਂ ਨੂੰ ਹੋਮ ਆਈਸੋਲੇਟ ਕਰਨਾ ਚਾਹੁੰਦੀ ਹਾਂ। ਤੇ ਮੈਂ ਉਹਨਾਂ ਨੂੰ ਘਰ ਲਿਆਈ। ਮੈਨੂੰ ਇੱਦਾਂ ਲੱਗਦਾ ਸੀਗਾ ਕਿ ਡਾਕਟਰ ਮੇਰੇ ਨਾਲ ਝੂਠ ਬੋਲਦੇ ਆ। ਠੀਕ ਹੈ, ਜਿਹਦੀ ਪੁਸ਼ਟੀ ਕਰਨ ਲਈ, ਜਿਹਨੂੰ ਸਹੀ ਮਤਲਬ ਕਿ ਆਪਣੇ ਦਿਮਾਗ ਦਾ ਮੈਂ ਯੂਜ਼ ਕੀਤਾ, ਮੈਂ ਆਪਣੇ ਹਸਬੈਂਡ ਦਾ ਦੁਬਾਰਾ ਆਪਣੇ ਹਸਬੈਂਡ ਦਾ ਤੇ ਜਿਹੜੇ ਮੇਰੇ ਫਾਦਰ ਇਨ ਲਾ ਮੇਰੇ ਨਾਲ ਸੀਗੇ ਉਹਨਾਂ ਦਾ ਕਰੋਨਾ ਟੈਸਟ ਮੈਂ ਦੁਬਾਰਾ ਕਰਾਇਆ, ਜੋ ਕਿ 17 ਤਰੀਕ ਨੂੰ ਮੈਨੂੰ ਉਹਦੀ ਰਿਪੋਰਟ ਆ ਗਈ ਸੀਗੀ ਜੀ, 7:09 ਤੇ ਸ਼ਾਮ ਨੂੰ ਉਹ ਨੈਗੇਟਿਵ ਆਈ ਆ। ਮੈਂ ਹੈਰਾਨ, ਇੱਕ ਦਿਨ ਵਿੱਚ ਬੰਦਾ ਪੋਜ਼ਿਟਿਵ ਤੋਂ ਨੈਗੇਟਿਵ ਹੋ ਗਿਆ। ਜਦ ਕਿ ਤੁਹਾਨੂੰ ਨੀਰਜ ਜੀ ਕਦੋਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਤੁਹਾਡੇ ਨਾਲ ਹਸਪੀਟਲ ਦੇ ਜਿਹੜੇ ਡਾਕਟਰ ਨੇ ਕੁਝ ਗਲਤ ਕਰ ਰਹੇ ਨੇ? ਮੈਨੂੰ ਪਤਾ ਉਦੋਂ ਲੱਗਣਾ ਸ਼ੁਰੂ ਹੋਇਆ। ਮੇਰੇ ਦੀਦੀ ਨੇ ਇੱਕ ਮੈਨੂੰ ਗੱਲ ਸਮਝਾਈ ਸੀ, ਉਹ ਵੀ ਥੋੜੇ ਮੇਰੇ ਜਾਣ ਪਛਾਣ ਵਾਲੇ ਹੈਗੇ ਆ, ਥੋੜਾ ਉਹਨਾਂ ਨੂੰ ਡਾਕਟਰੀ ਲੈਵਲ ਦਾ ਪਤਾ ਹੈ। ਉਹਨਾਂ ਨੇ ਮੈਨੂੰ ਕਿਹਾ ਸੀਗਾ ਤੂੰ ਇੱਕ ਧਿਆਨ ਰੱਖਣਾ ਆ ਕਿ ਡਾਕਟਰ ਤੇਰੇ ਕੋਲ ਪੀਪੀ ਕਿੱਟ ਪਾ ਕੇ ਆਉਂਦੇ ਆ। ਠੀਕ ਹੈ ਜੀ, ਦੂਸਰਾ ਉਹਨੇ ਮੈਨੂੰ ਕਿਹਾ ਸੀ ਨਰਸਾਂ ਕਿੱਦਾਂ ਦਾ ਬਿਹੇਵ ਕਰਦੀ ਆ, ਉਹਨਾਂ ਨੇ ਤੁਹਾਡੀ ਕਨੂਲਾ ਉਤਾਰਨੀ ਆ, ਹਜੇ ਡਿਸਚਾਰਜ ਮਿਲਣਾ, ਦੇਖਿਓ ਕਿਸ ਤਰੀਕੇ ਨਾਲ ਕਰਦੇ ਤੁਹਾਡੇ ਨਾਲ ਬਿਹੇਵ। ਠੀਕ ਹੈ ਜੀ, ਉਹ ਨਾਰਮਲ ਸੀਗੇ, ਉਹਨਾਂ ਨੇ ਕੋਈ ਆਪਣਾ ਗਲਵਸ ਨਹੀਂ ਪਾਏ ਸੀਗੇ, ਉਹਨਾਂ ਨੇ ਸਰਿੰਜ ਉਤਾਰੀ ਆ ਬਿਨਾਂ ਗਲਵਸ ਤੋਂ। ਤਿੰਨ ਡਾਕਟਰ ਮੇਰੇ ਹਸਬੈਂਡ ਦੇ ਰੂਮ ਵਿੱਚ ਆਏ ਆ ਉਸ ਟਾਈਮ ਤੋਂ ਬਾਅਦ। ਹਾਂਜੀ, ਮੇਰੇ ਹਸਬੈਂਡ ਦੇ ਰੂਮ ਵਿੱਚ ਆਏ ਆ, ਹਾਂਜੀ ਸਨੀ ਸ਼ਰਮਾ ਕਿੱਦਾਂ, ਤੁਸੀਂ ਠੀਕ ਹੋ, ਬੜੇ ਸੋਹਣੇ ਆ, ਘਬਰਾਉਣਾ ਨਹੀਂ ਹੈਗਾ, ਬਸ ਇਹ ਵੋ ਠੀਕ ਆ, ਬਸ ਇੰਨਾ ਮਤਲਬ ਕਹਿ ਕੇ ਗਏ ਆ। ਤੇ ਮੈਨੂੰ ਤਾਂ ਉਦੋਂ ਲੱਗਾ ਹੀ, ਮੈਂ ਕਿਹਾ ਕੋਈ ਨਾ ਕੋਈ ਹੈਗਾ ਇਹਨਾਂ ਦੇ, ਮਤਲਬ ਕਿ ਇਹਨਾਂ ਨੇ ਰਾਤੀ ਵੀ ਮੈਨੂੰ ਕਿਹਾ ਸੀ ਤੈਨੂੰ ਦੱਸਾਂਗਾ, ਕਿ ਮੈਂ ਇਹੀ ਸੋਚਦੀ ਹਾਂ ਕਿ ਸਾਨੂੰ
ਇੱਕ ਕੁਐਸਚਨ ਵੀ ਪੁੱਛਣ ਦਾ ਹੱਕ ਨਹੀਂ ਹੈਗਾ। ਅਸੀਂ ਅਗਰ 30,000 ਰੁਪਇਆ ਤੁਹਾਡੇ ਹਸਪੀਟਲ ਨੂੰ ਦੇ ਕੇ ਆਏ ਤਾਂ ਤੁਹਾਨੂੰ ਪੁੱਛ ਨਹੀਂ ਸਕਦੇ ਕਿ ਸਾਨੂੰ ਪ੍ਰੋਬਲਮ ਕੀ ਆ ਰਹੀ ਆ, ਕਿ ਜਿਹੜਾ ਇਲਾਜ ਨਹੀਂ ਤੁਸੀਂ ਕਰ ਪਾ ਰਹੇ ਆ। ਤੁਸੀਂ ਇੱਕ ਛੋਟੀ ਜਿਹੀ ਬਿਮਾਰੀ ਨੂੰ ਨਹੀਂ ਲੱਭ ਪਾ ਰਹੇ। ਤੁਸੀਂ ਇੰਨੇ MBBS ਡਾਕਟਰ ਹੈਗੇ ਆ, ਤੁਸੀਂ ਇੰਨੇ ਪੜ੍ਹੇ ਲਿਖੇ ਆ, ਤੁਸੀਂ ਕਾਹਦੇ ਪੜ੍ਹੇ ਲਿਖੇ ਜੇ ਤੁਹਾਨੂੰ ਪ੍ਰੋਬਲਮ ਨਹੀਂ ਸਮਝ ਲੱਗੀ ਜੀ। ਠੀਕ ਹੈ ਨਾ। ਉਸ ਤੋਂ ਬਾਅਦ ਹੀ ਮੈਂ ਸੋਚਿਆ ਕਿ ਮੈਂ ਇਹਨਾਂ ਦਾ ਇੱਕ ਵਾਰੀ ਟੈਸਟ ਦੁਬਾਰਾ ਜ਼ਰੂਰ ਕਰਵਾਉਣਾ ਆ। ਇਸ ਕਰਕੇ ਮੈਂ ਘਰੇ ਨਾਲ ਹੀ ਆ ਕੇ ਇਹਨਾਂ ਦਾ ਪਹਿਲਾਂ ਟੈਸਟ ਕਰਵਾਇਆ, ਉਹ ਨੈਗੇਟਿਵ ਆਇਆ ਜੀ। ਉਸ ਤੋਂ ਬਾਅਦ ਤਾਂ ਮੇਰਾ ਵਿਸ਼ਵਾਸ ਹੀ ਉੱਠ ਗਿਆ ਡਾਕਟਰਾਂ ਤੋਂ ਜੀ। ਉਸ ਡਾਕਟਰ ਤੋਂ ਤਾਂ ਮੇਰਾ ਵਿਸ਼ਵਾਸ ਉੱਠ ਗਿਆ। ਠੀਕ ਹੈ ਜੀ, ਕਿ ਇਹ ਰਿਪੋਰਟ ਹੀ ਨੈਗੇਟਿਵ ਆਈ ਆ, ਜਿਹੜੀ ਪੋਜ਼ਿਟਿਵ ਤੋਂ ਨੈਗੇਟਿਵ ਹੋਈ ਆ। ਇਹਨਾਂ ਦੀ ਪੂਰੀ ਪਲੈਨਿੰਗ ਸੀਗੀ ਬੰਦੇ ਦੀ ਕਿਡਨੀਆਂ ਕੱਢਣ ਦੀ ਵੀ, ਮੈਂ ਤਾਂ ਇਹੀ ਕਹੂੰਗੀ ਜੀ। ਜੀ। ਸੋ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਨੀਰਜ ਆਪਾਂ ਸਾਰਿਆਂ ਨੂੰ, ਸਾਰੇ ਡਾਕਟਰਸ ਜਾਂ ਸਾਰੇ ਹਸਪੀਟਲਸ ਨੂੰ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਸਾਰੇ ਹਸਪੀਟਲ, ਬਹੁਤ ਸਾਰੇ ਡਾਕਟਰ ਅਜਿਹੇ ਵੀ ਨੇ ਜਿਨ੍ਹਾਂ ਨੇ ਕਰੋਨਾ ਦੇ ਟਾਈਮ ਤੇ ਬਹੁਤ ਅੱਛਾ ਕੰਮ ਕੀਤਾ। ਬਿਲਕੁਲ ਬਿਲਕੁਲ, ਮੈਂ ਉਹੀ ਕਹਿ ਰਹੀ ਹਾਂ। ਮੈਂ ਆਪਣੀ ਵੀਡੀਓਜ਼ ਵਿੱਚ ਵੀ ਜਿਹੜੀਆਂ ਮੈਂ ਸੋਸ਼ਲ ਮੀਡੀਆ ਉੱਤੇ ਬਾਰ-ਬਾਰ ਵੀਡੀਓਜ਼ ਪਾਈਆਂ ਆ, ਜੀ। ਮੈਂ ਸਾਰਿਆਂ ਨੂੰ ਇਹੀ ਮਤਲਬ ਕਿ ਕਿਹਾ ਆ, ਇਹੀ ਰਿਕੁਐਸਟ ਕੀਤੀ ਆ ਕਿ ਮੈਂ ਸਾਰੇ ਡਾਕਟਰਸ ਨੂੰ ਨਹੀਂ ਕਹਿ ਰਹੀ, ਕਿਉਂਕਿ ਮੇਰੇ ਹਸਬੈਂਡ ਦਾ ਹੁਣ ਵੀ ਟ੍ਰੀਟਮੈਂਟ ਚੱਲ ਰਿਹਾ, ਉਹ ਵੀ ਡਾਕਟਰ ਕੋਲ ਚੱਲ ਰਿਹਾ। ਉਹ ਵੀ ਤਾਂ ਇੱਕ ਅੱਛੇ ਡਾਕਟਰ ਹੈਗੇ ਆ ਜੋ ਮੈਨੂੰ ਮਤਲਬ ਕਿ ਪੂਰੇ ਮੈਨੂੰ ਸਾਰਾ ਕੁਝ ਦੱਸ ਰਹੇ ਆ, ਆ ਹੋ ਰਿਹਾ ਹਰ ਸਟੇਜ ਦੀ ਬਾਰੇ ਮੈਨੂੰ ਜਾਣਕਾਰੀ ਦੇ ਰਹੇ ਆ। ਮੈਨੂੰ ਪੈਸਿਆਂ ਦੀ ਗੱਲ ਨਹੀਂ ਕਰਦੇ ਕਿ ਹਰ ਗੱਲ ਪੈਸੇ ਨਾਲ ਹੀ ਤੋਲੀ ਜਾਵੇ। ਇਨਸਾਨੀਅਤ ਵੀ ਡਾਕਟਰ ਵਿੱਚ ਹੋਣੀ ਚਾਹੀਦੀ ਆ। ਮੈਂ ਸਿਰਫ ਉਸ ਡਾਕਟਰ ਬਾਰੇ ਕਹਿ ਰਹੀ ਹਾਂ ਜਿਹੜੇ ਆਪਣੇ ਅੰਦਰ ਇਨਸਾਨੀਅਤ ਨੂੰ ਗਵਾ ਚੁੱਕੇ ਆ, ਜਿਨ੍ਹਾਂ ਅੰਦਰ ਇਨਸਾਨੀਅਤ ਹੈ ਨਹੀਂ, ਕਿ ਜਿਹੜੀ ਪੈਸੇ ਨੂੰ ਅਹਿਮੀਅਤ ਦਿੰਦੇ ਆ, ਬੰਦੇ ਦੀ ਜ਼ਿੰਦਗੀ ਨੂੰ ਨਹੀਂ। ਸੋ ਨੀਰਜ, ਆਪਣੀ ਵੀਡੀਓ ਦੇ ਵਿੱਚ ਤੁਸੀਂ ਇਹ ਗੱਲ ਸਾਫ਼ ਲਫ਼ਜ਼ਾਂ ਦੇ ਵਿੱਚ ਬੋਲੀ ਹੈ ਕਿ ਮੈਨੂੰ ਪਤਾ ਆਖਰਕਾਰ ਮੇਰੀ ਆਵਾਜ਼ ਨੂੰ ਦਬਾ ਦਿੱਤਾ ਜਾਣਾ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਕੋਈ ਥ੍ਰੈਟ ਜਾਂ ਕਿਸੇ ਤਰ੍ਹਾਂ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ? ਬਿਲਕੁਲ ਮੈਮ, ਕੀਤੀ ਗਈ ਆ, ਜਿਹਦਾ ਮੈਂ ਸਕਰੀਨਸ਼ਾਟ ਵੀ ਫੇਸਬੁੱਕ ਦੇ ਉੱਤੇ ਪਾਏ ਹੋਏ ਆ। ਪ੍ਰਿਯੰਕਾ ਨਾਮ ਦੀ ਕੋਈ ਲੇਡੀਜ਼ ਆ ਨਿਊਜ਼ੀਲੈਂਡ ਤੋਂ। ਮੈਂ ਤਾਂ ਨਹੀਂ ਕਿਸੇ ਨੂੰ ਮੈਸੇਜ ਕਰ ਰਹੀ ਕਿ ਮੇਰੇ ਨਾਲ ਮਤਲਬ ਕਿ ਮੇਰੇ ਨਾਲ ਆ ਕੇ ਗੱਲ ਕਰੋ। ਉਹੀ ਮੈਨੂੰ ਕਹਿ ਰਹੀ ਆ ਤੂੰ ਕਿੱਦਾਂ ਦੀ ਜਨਾਨੀ ਆ, ਤੂੰ ਕੀ ਆ, ਤੂੰ ਇਹ ਆ, ਤੈਨੂੰ ਪਤਾ ਡਾਕਟਰ ਦੀ ਡਿਗਰੀਆਂ ਲੈਣ ਨੂੰ ਕਿੰਨਾ ਮਿਲਦਾ। ਮੈਂ ਉਹੀ ਉਹਨੂੰ ਕਹਿਣਾ ਚਾਹੁੰਦੀ ਹਾਂ, ਪ੍ਰਿਯੰਕਾ ਜੋ ਵੀ ਹੈਗੀ ਆ ਫੇਕ ਆਈਡੀਆਂ ਸਾਰੀਆਂ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਕੋਈ ਉਹਨਾਂ ਦੀ ਇੱਕੋ ਹੀ ਫੋਟੋ ਲੱਗੀ ਹੋਈ, ਪਤਾ ਨਹੀਂ ਕਿਹਦੀ ਫੋਟੋ ਚੱਕ ਕੇ ਲਾਈ, ਉਹਨਾਂ ਦਾ ਕੋਈ ਸਰਨੇਮ ਨਹੀਂ, ਕੋਈ ਕੁਛ ਨਹੀਂ ਹੈਗਾ। ਉਹ ਕਹਿੰਦੀ ਕਿ ਮੈਂ ਡਾਕਟਰ ਹੈਗੀ ਆ, ਤੁਸੀਂ ਇਹ ਆ ਉਹ। ਮੈਂ ਉਹਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਹੀ, ਮੈਂ ਉਸੇ ਡਾਕਟਰ ਨੂੰ ਕਹਿ ਰਹੀ ਹਾਂ। ਉਹਨੇ ਮੈਨੂੰ ਕਿਹਾ ਮੈਂ ਤੇਰਾ ਕ੍ਰਾਈਮਰਸ ਪਤਾ ਨਹੀਂ ਕਿਹੜੇ ਸਾਈਬਰ ਕ੍ਰਾਈਮ 'ਚ ਜਾ ਕੇ ਤੇਰੇ ਤੇ ਆਹ ਕਰ ਦੂੰਗੀ। ਮੈਂ ਕੋਈ ਖੂਨ ਦਾ ਨਹੀਂ ਕੀਤਾ, ਮੈਂ ਇੱਕ ਸੱਚੀ ਚੀਜ਼ ਉੱਤੇ ਆਵਾਜ਼ ਉਠਾਈ ਆ ਜਿਹਦੇ ਮੇਰੇ ਕੋਲ ਪ੍ਰੂਫ ਵੀ ਹੈਗੇ ਆ। ਬਿਨਾਂ ਪ੍ਰੂਫਾਂ ਤੋਂ ਤਾਂ ਨਹੀਂ ਮੈਂ ਸਾਹਮਣੇ ਆਈ, ਜਾਂ ਮੈਂ ਕਿਸੇ ਦੇ ਉੱਤੇ ਉਹਦੀ ਤਾਂ ਨਹੀਂ ਕੀਚੜ ਉਛਾਲਦੀ ਪਈ। ਮੇਰੇ ਨਾਲ ਹੋਇਆ ਤਾਂ ਮੈਂ ਕਹਿ ਰਹੀ ਹਾਂ। ਮੈਂ ਇਹੀ ਕਹਿਣਾ ਚਾਹੁੰਦੀ ਕਿ ਜੋ ਮੇਰੇ ਨਾਲ ਹੋਇਆ ਆ ਉਹ ਕਿਸੇ ਵੀ ਨਾਲ ਨਾ ਹੋਵੇ। ਠੀਕ ਹੈ ਜੀ। ਫਿਊਚਰ ਕੀ ਸਟੈਪ ਚੁੱਕਣੇ ਆ ਤੁਸੀਂ ਇਸ ਮਾਮਲੇ ਨੂੰ ਲੈ ਕੇ? ਇਨ ਫਿਊਚਰ ਮੈਮ ਹਜੇ ਤਾਂ ਜਿੱਦਾਂ ਮੇਰੇ ਹਸਬੈਂਡ ਦੀ ਤਬੀਅਤ ਨਹੀਂ ਠੀਕ ਹੈਗੀ, ਉਸ ਤੋਂ ਬਾਅਦ ਮੈਂ ਜਿੱਦਾਂ ਸਰ ਕੈਪਟਨ ਜੀ ਨੂੰ ਇਹਦੇ ਬਾਰੇ ਲੈਟਰ ਪਾਉਂਗੀ ਕਿ ਮੇਰੇ ਨਾਲ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੀਆਂ ਝੂਠੀਆਂ ਅਫਵਾਹਾਂ ਫੈਲਾ ਰਹੇ ਆ, ਕਿਡਨੀਆਂ ਕੱਢੀਆਂ ਜਾ ਰਹੀਆਂ, ਉਹ ਹੋ ਰਿਹਾ, ਉਹਨਾਂ ਨੂੰ ਅੰਦਰ ਕਰੋ ਫੜ ਕੇ। ਮੈਂ ਤਾਂ ਹੁਣ ਸੱਚੀ ਗੱਲ ਕਰਦੀ ਪਈ ਆ, ਤੁਸੀਂ ਮੈਨੂੰ ਕਿਉਂ ਨਹੀਂ ਤੁਹਾਨੂੰ ਵੀ ਤਾਂ ਵੀਡੀਓ ਪਹੁੰਚੀ ਹੋਗੀ। ਕੈਪਟਨ ਨੂੰ ਮੈਂ ਇਹ ਕਹਿ ਰਹੀ ਹਾਂ, ਸਰ ਜੀ ਤੁਹਾਨੂੰ ਵੀ ਤਾਂ ਵੀਡੀਓ ਮੇਰੀ ਪਹੁੰਚੀ ਹੋਗੀ ਸੋਸ਼ਲ ਮੀਡੀਆ ਤੇ। ਅਗਰ ਸਾਰੇ ਲੋਕੀ ਦੇਖ ਰਹੇ ਤਾਂ ਤੁਹਾਡੇ ਤੇ ਵੀ ਮੇਰੀ ਵੀਡੀਓ ਪਹੁੰਚੀ ਹੋਣੀ ਆ, ਤੇ ਤੁਸੀਂ ਮੈਨੂੰ ਆ ਕੇ ਇੱਕ ਵਾਰ ਵੀ ਪੁੱਛੋ ਕਿ ਮੇਰੇ ਨਾਲ ਕੀ ਹੋਇਆ ਸੀਗਾ, ਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਸੱਚ ਬੋਲ ਰਹੀ ਹਾਂ ਕਿ ਝੂਠ ਬੋਲ ਰਹੀ ਹਾਂ। ਠੀਕ ਹੈ ਜੀ, ਇਹੀ ਕਹਿਣਾ ਚਾਹੂੰਗੀ। ਬਾਕੀ ਮੈਂ ਉਹ ਡਾਕਟਰ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ, ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੂੰਗੀ, ਸਰ ਪਲੀਜ਼ ਇਨਸਾਨੀਅਤ ਨਾ ਛੱਡੋ। ਦੇਖੋ ਮੈਂ ਇਹ ਕਹਿਣਾ ਚਾਹੁੰਦੀ ਹਾਂ, ਅੱਜ ਮੇਰੇ ਹਸਬੈਂਡ ਦੀ ਜਿਹੜੀ ਰਿਪੋਰਟ ਆ ਡਾਕਟਰਾਂ ਨੇ ਪੋਜ਼ਿਟਿਵ ਕੱਢ ਦਿੱਤੀ। ਉਹ ਤਾਂ ਮੈਨੂੰ ਥੋੜ੍ਹਾ ਜਿਹਾ ਲੱਗਿਆ, ਸ਼ੱਕ ਸੀਗਾ। ਠੀਕ ਹੈ, ਮੈਨੂੰ ਆਪਣਾ ਕਲੈਰੀਫਿਕੇਸ਼ਨ ਵਾਸਤੇ ਮੈਂ ਉਹਨਾਂ ਦੀ ਦੁਬਾਰਾ ਤੋਂ ਟੈਸਟ ਕਰਵਾਇਆ, ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਆ, ਜੋ ਕਿ ਮੇਰਾ ਸਹੀ ਵੀ ਸ਼ੱਕ ਸੀਗਾ ਤੇ ਕੰਪਲੀਟ ਵੀ ਹੋ ਗਿਆ। ਠੀਕ ਹੈ, ਨੈਗੇਟਿਵ ਰਿਪੋਰਟ ਉਹਨਾਂ ਦੀ ਨੈਗੇਟਿਵ ਹੀ ਹੋ ਗਈ। ਬਟ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਲੋਕਾਂ ਨੂੰ ਨੌਲੇਜ ਹੀ ਨਹੀਂ ਹੈਗੀ ਵਿਚਾਰਿਆਂ ਨੂੰ, ਜਿਹੜੇ ਇੱਕ ਵਾਰੀ ਬਸ ਪੋਜ਼ਿਟਿਵ ਆਇਆ ਡਾਕਟਰਾਂ ਦੇ ਕਹਿਣ ਅਨੁਸਾਰ ਚਲੇ ਜਾਂਦੇ ਆ। ਠੀਕ ਹੈ, ਜਿਹੜੇ ਟੈਸਟ ਨਹੀਂ ਕਰਾ ਸਕਦੇ, ਕੋਈ ਮਤਲਬ ਕਿ ਇੱਦਾਂ ਦੇ ਗਰੀਬ ਪਰਿਵਾਰ ਹੈਗੇ ਆ ਜਿਹਨਾਂ ਨੂੰ ਨਾ ਸਮਝ ਹੈਗੇ, ਨਹੀਂ ਕਰਾ ਸਕਦੇ, ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ, ਕੀ ਪਤਾ ਕਈ ਰੀਜ਼ਨ ਹੋ ਸਕਦੇ ਇਹਦੇ ਪਿੱਛੇ, ਹੈ ਨਾ। ਕਿਸੇ ਨੂੰ ਮਤਲਬ ਕਿ ਪਤਾ ਹੀ ਨਹੀਂ ਕਿ ਅਸੀਂ ਪੋਜ਼ਿਟਿਵ ਸੀਗੇ ਜਾਂ ਨੈਗੇਟਿਵ ਸੀਗੇ। ਇਹ ਸਭ ਕੁਝ ਚਾਹੇ ਲੈਬ ਵਿੱਚ ਹੋ ਰਿਹਾ, ਚਾਹੇ ਡਾਕਟਰ ਕਰ ਰਹੇ ਆ, ਇਹਨਾਂ ਸਭ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਆ? ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ, ਸਾਡੇ ਪ੍ਰਸ਼ਾਸਨ ਨੂੰ ਇਹਦੇ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਆ ਕਿ ਜਿਹੜੇ ਇਹ ਝੂਠੀਆਂ ਰਿਪੋਰਟਾਂ ਬਣ ਰਹੀਆਂ ਆ, ਜੋ ਵੀ ਹੋ ਰਿਹਾ, ਇਹਦੇ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ। ਬਸ ਮੈਂ ਇਹ ਕਹਿਣਾ ਚਾਹੂੰਗੀ। ਸੋਹਣੇ, ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਨੀਰਜ ਹੋਣਾ ਦੇ ਨਾਲ, ਜਿਨ੍ਹਾਂ ਨੇ 2-4 ਦਿਨ ਪਹਿਲਾਂ ਹੀ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਆਪਣਾ ਸ਼ੇਅਰ ਕੀਤਾ ਸੀ, ਔਰ ਇਹਨਾਂ ਨੇ ਦੱਸਿਆ ਸੀ ਕਿ ਇੱਕ ਹਸਪੀਟਲ ਦੇ ਵੱਲੋਂ ਇਹਨਾਂ ਦੇ ਨਾਲ ਕੁਝ ਗਲਤ ਕੀਤਾ ਗਿਆ ਜਾਂ ਜਾਣ ਬੁੱਝ ਕੇ ਇਹਨਾਂ ਦੇ ਹਸਬੈਂਡ ਦੀ ਕਰੋਨਾ ਰਿਪੋਰਟ ਜਿਹੜੀ ਆ ਪੋਜ਼ਿਟਿਵ ਦਿੱਤੀ ਗਈ ਹੈ। ਸੋ ਰੋਜ਼ਾਨਾ ਦੀਆਂ ਖਬਰਾਂ ਤੇ ਅਪਡੇਟਸ ਲਈ ਸਾਡੇ ਚੈਨਲ ਨਾਲ ਬਣੇ ਰਹੋ। ਸਹਿਯੋਗੀ ਅੰਕਿਤ ਦੇ ਨਾਲ ਮੈਂ ਮਨਪ੍ਰੀਤ ਕੌਰ, ਯੂਰ ਵਰਲਡ ਨਿਊਜ਼। ਪਿਛਲੇ 1-2 ਦਿਨਾਂ ਦੇ ਉੱਤੋਂ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਲਾਈਵ ਵਾਇਰਲ ਹੋ ਰਿਹਾ, ਜਿਸ ਦਾ ਆਰੋਪ ਹੈ ਕਿ
ਸ਼ਿੰਗਾਰਾ ਸਿੰਘ ਹਸਪੀਟਲ ਦੇ ਵਿੱਚ ਜਿਹੜਾ ਤੁਸੀਂ ਬੋਰਡ ਬਿਲਕੁਲ ਵੇਖ ਸਕਦੇ ਹੋ PGI ਹਸਪੀਟਲ ਦਾ, ਇਹਨਾਂ ਦੇ ਕੋਲ ਸ਼ਿੰਗਾਰਾ ਸਿੰਘ ਹਸਪੀਟਲ ਦੇ ਵਿੱਚ ਇੱਕ PGI ਦਾ ਹਸਪਤਾਲ ਹੈ ਜਿੱਥੇ ਦੇ ਡਾਕਟਰਾਂ ਵੱਲੋਂ ਉਹਨਾਂ ਦੇ ਹਸਬੈਂਡ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਦਿੱਤੀ ਗਈ ਹੈ। ਜਾਣ ਬੁੱਝ ਕੇ ਉਹਨਾਂ ਦਾ ਕਹਿਣਾ, ਉਹਨਾਂ ਦਾ ਆਰੋਪ ਹੈ ਕਿ ਉਹਨਾਂ ਦੇ ਹਸਬੈਂਡ ਦੀ ਰਿਪੋਰਟ ਪੋਜ਼ਿਟਿਵ ਦਿੱਤੀ ਗਈ ਹੈ। ਸੋ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਹਸਪੀਟਲ ਪਹੁੰਚੇ ਸੀ ਔਰ ਡਾਕਟਰ ਵਿਜੇ ਨੰਦਾ ਜੀ ਦੇ ਨਾਲ ਗੱਲਬਾਤ ਕਰਨ ਲਈ, ਪਰ ਡਾਕਟਰਾਂ ਵੱਲੋਂ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਸੋ ਜੇਕਰ ਇਸ ਹਸਪੀਟਲ ਦੇ ਡਾਕਟਰ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਨੇ।